ਹੈਲੋ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਤੇ ਇੱਕ ਵਾਰ ਫੇਰ ਤੋਂ ਚੈਨਲ ਤੇ ਸਵਾਗਤ ਆ ਤੁਹਾਡਾ ਸਟੱਡੀ ਐਂਡ ਕਰੀਅਰ ਦੇ ਉੱਤੇ। ਅੱਜ ਫੇਰ ਆਪਾਂ ਇੰਪੋਰਟੈਂਟ MCQs ਤਿਆਰ ਕੀਤੇ ਆ, ਸੋ ਸਾਰਿਆਂ ਨੂੰ ਰਿਕੁਐਸਟ ਆ ਵੀ ਸਬਸਕ੍ਰਾਈਬ ਚੈਨਲ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ। ਸੋ ਆਪਾਂ ਫਸਟ ਕੁਐਸਚਨ ਦੇਖਦੇ ਹਾਂ ਕੀ ਆ। While measuring blood pressure in the upper arm, Korsakoff sound is auscultated in blood vessels। ਜਦੋਂ ਆਪਾਂ ਅਪਰ ਆਰਮ ਦੇ ਵਿੱਚੋਂ ਬਲੱਡ ਪ੍ਰੈਸ਼ਰ ਮੈਜ਼ਰ ਕਰਦੇ ਹਾਂ ਤਾਂ ਕੋਰਪਸ ਸਾਊਂਡ ਆਸਕਲੇਟਡ ਬਲੱਡ ਵੈਸਲ ਚੋਂ ਕਿਹੜੀ ਆਪਾਂ ਨੂੰ ਸੁਣਦੀ ਹੈ? ਐਕਸਿਲਰੀ ਆਰਟਰੀ, ਬ੍ਰੇਕੀਅਲ ਆਰਟਰੀ, ਫੀਮੋਰਾ, ਅਲਨਰ ਆਰਟਰੀ। ਸੋ ਇਹਦਾ ਰਾਈਟ ਆਨਸਰ ਹੈਗਾ ਬੀ, ਬ੍ਰੇਕੀਅਲ ਆਰਟਰੀ। ਬ੍ਰੇਕੀਅਲ ਆਰਟਰੀ ਦੇ ਵਿੱਚੋਂ ਆਪਾਂ ਨੂੰ ਸਾਊਂਡ ਅਸਕਲਟੇਟ ਹੁੰਦੀ ਆ। ਨੈਕਸਟ ਕੁਐਸਚਨ ਸੈਕਿੰਡ ਤੇ ਚੱਲਦੇ ਹਾਂ। ਕੁਐਸਚਨ ਸੈਕਿੰਡ ਹੈਗਾ ਵਾਈਲ ਮੈਜ਼ਰਿੰਗ ਬਲੱਡ ਪ੍ਰੈਸ਼ਰ ਫਰੋਮ ਲੈਗ, ਕੋਰਸਾਕੋਫ ਸਾਊਂਡ ਇਜ਼ ਅਸਕਲਟੇਟਡ ਇਨ। ਜਦੋਂ ਆਪਾਂ ਬਲੱਡ ਪ੍ਰੈਸ਼ਰ ਮੈਜ਼ਰ ਕਰਦੇ ਹਾਂ ਲੈਗ ਦੇ ਵਿੱਚੋਂ ਤਾਂ ਕਿਹੜੀ ਸਾਊਂਡ ਸੁਣਦੀ ਆ? ਆਪਸ਼ਨਸ ਨੇ ਏ ਰੇਡੀਅਲ, ਬੀ ਫੀਮੋਰਲ, ਸੀ ਅਲਨਰ ਆਰਟਰੀਜ਼ ਐਂਡ ਡੀ ਐਕਸਿਲਰੀ ਆਰਟਰੀ। ਸੋ ਇਹਦਾ ਰਾਈਟ ਆਨਸਰ ਹੈਗਾ ਬੀ, ਫੀਮੋਰਲ। ਫੀਮੋਰਲ ਦੇ ਵਿੱਚੋਂ ਆਪਾਂ ਨੂੰ ਅਸਕਲਟੇਟ ਦੀ ਸਾਊਂਡ ਸੁਣਦੀ ਹੈ ਜਦੋਂ ਆਪਾਂ ਲੈਗ ਦੇ ਵਿੱਚੋਂ ਬਲੱਡ ਪ੍ਰੈਸ਼ਰ ਮੈਜ਼ਰ ਕਰਦੇ ਹਾਂ। ਨੈਕਸਟ ਕੁਐਸਚਨ ਥਰਡ ਹੈਗਾ ਦ ਮੋਸਟ ਕਾਮਨ ਡੈਫੀਸ਼ੀਐਂਸੀ ਸੀਨ ਇਨ ਪੇਸ਼ੈਂਟ ਵਿਦ ਕ੍ਰੋਨਿਕ ਐਲਕੋਹਲਿਜ਼ਮ ਇਜ਼। ਕਿਹੜੀ ਕਾਮਨ ਡੈਫੀਸ਼ੀਐਂਸੀ ਆਪਾਂ ਨੂੰ ਦਿਖਦੀ ਹੈ ਪੇਸ਼ੈਂਟ ਦੇ ਵਿੱਚ ਜਿਹੜਾ ਕ੍ਰੋਨਿਕ ਬਹੁਤ ਜ਼ਿਆਦਾ ਅਲਕੋਹਲ ਲੈਂਦਾ ਹੋਵੇ? ਉਹਦੇ ਵਿੱਚ ਕਿਹੜੀ ਜ਼ਿਆਦਾ ਡੈਫੀਸ਼ੀਐਂਸੀ ਦੇਖਣ ਨੂੰ ਮਿਲਦੀ ਆ? ਆਪਸ਼ਨਸ ਨੇ ਏ ਥਾਇਆਮੀਨ, ਬੀ ਸਾਈਨੋਬਲਾਮੀਨ, ਸੀ ਨਾਇਸਿਨ, ਡੀ ਵਿਟਾਮਿਨ ਸੀ। ਸੋ ਇਹਦਾ ਰਾਈਟ ਆਨਸਰ ਹੈਗਾ ਸੀ, ਥਾਇਆਮਾਈਨ। ਨੈਕਸਟ ਕੁਐਸਚਨ ਫੋਰਥ ਦੇ ਵਿੱਚ ਹੈਗਾ a young adult is 20 years old and has been recently admitted into hospital। ਇੱਕ ਯੰਗ ਅਡਲਟ ਆ 20 years old ਦਾ ਤੇ ਰੀਸੈਂਟਲੀ ਐਡਮਿਟ ਕੀਤਾ ਗਿਆ ਹਸਪੀਟਲ ਦੇ ਵਿੱਚ। ਅਕੋਰਡਿੰਗ ਟੂ ਰਿਕਸਨ ਵਿਚ ਆਫ ਦ ਫੋਲੋਇੰਗ ਸਟੇਜਿਸ ਇਨ ਅਡਲਟ ਇਨ। ਕਿਹੜੀ ਉਹਦੀ ਫੋਲੋਇੰਗ ਸਟੇਜ ਆਪਾਂ ਨੂੰ ਦੇਖਣ ਨੂੰ ਮਿਲੂਗੀ? ਟਰਸਟ ਵਰਸਿਸ ਮਿਸਟਰਸਟ, ਇਨੀਸ਼ੀਏਟਿਵ ਵਰਸਿਸ ਗਿਲਟ, ਆਟੋਨੋਮੀ ਵਰਸਿਸ ਸ਼ੇਮ, ਐਂਟੀਮੇਸੀ ਵਰਸਿਸ ਆਈਸੋਲੇਸ਼ਨ। ਸੋ ਇਹਦਾ ਆਨਸਰ ਹੋਊਗਾ ਆਪਸ਼ਨ ਡੀ, ਇੰਟੀਮੇਸੀ ਵਰਸਿਸ ਆਈਸੋਲੇਸ਼ਨ ਦੇਖਣ ਨੂੰ ਮਿਲੂਗਾ। ਇਹ 18 ਤੋਂ 35 ਈਅਰਸ ਤੱਕ ਦੇਖਣ ਨੂੰ ਮਿਲਦਾ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਫਿਫਥ ਹੈਗਾ ਵਟ ਇਜ਼ ਦਾ ਪੋਜ਼ੀਟਿਵ ਸਾਈਨ ਆਫ ਪ੍ਰੈਗਨੈਂਸੀ। ਪ੍ਰੈਗਨੈਂਸੀ ਦਾ ਪੋਜ਼ੀਟਿਵ ਸਾਈਨ ਕਿਹੜਾ ਹੁੰਦਾ? ਆਪਸ਼ਨਸ ਨੇ ਆਪਸ਼ਨ ਏ ਫ੍ਰੀਕੁਐਂਸੀ ਆਫ ਯੂਰੀਨੇਸ਼ਨ, ਆਪਸ਼ਨ ਬੀ ਵੋਮਿਟਿੰਗ ਐਂਡ ਬੈਕੇਜ, ਬ੍ਰੈਕਸਟਨ ਹਿਕਸ ਕੰਟਰੈਕਸ਼ਨ, ਫੀਟਲ ਆਊਟਲਾਈਨ ਬਾਏ ਸੋਨੋਗ੍ਰਾਫੀ। ਸੋ ਪ੍ਰੈਗਨੈਂਸੀ ਦਾ ਜਿਹੜਾ ਪੋਜ਼ੀਟਿਵ ਸਾਈਨ ਹੁੰਦਾ ਉਹ ਹੁੰਦਾ ਫੀਟਲ ਆਊਟਲਾਈਨ ਬਾਏ ਸੋਨੋਗ੍ਰਾਫੀ। ਜਦੋਂ ਆਪਾਂ ਸੋਨੋਗ੍ਰਾਫੀ ਕਰਾਉਂਦੇ ਹਾਂ ਤਾਂ ਫੀਟਲ ਪ੍ਰੈਜ਼ੈਂਟ ਹੈਗਾ, ਸੋ ਪੋਜ਼ੀਟਿਵ ਇੱਕ ਸਾਈਨ ਹੁੰਦਾ। ਬਾਕੀ ਤਾਂ ਸਿੰਪਟਮਸ ਦੇ ਵਿੱਚ ਆ ਜਾਂਦੇ ਆ ਪ੍ਰੈਗਨੈਂਸੀ ਦੇ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਸਿਕਸਥ ਤੇ ਚੱਲਦੇ ਹਾਂ। ਕੋਨ ਸ਼ੇਪਡ ਔਰ ਓਵਲ ਸ਼ੇਪਡ ਡਰਗ ਵਿਚ ਇਜ਼ ਇਨਸਰਟਡ ਇਨਟੂ ਰੈਕਟਮ ਐਂਡ ਵਿਚ ਮੈਲਟ ਐਟ ਬੋਡੀ ਟੈਂਪਰੇਚਰ ਇਜ਼ ਨੋਨ ਐਜ਼। ਇੱਕ ਕੋਨ ਸ਼ੇਪ ਔਰ ਓਵਲ ਸ਼ੇਪ ਡਰਗ ਹੁੰਦੀ ਹੈ ਜਿਹੜੀ ਕਿ ਇਨਸਰਟ ਕੀਤੀ ਜਾਂਦੀ ਹੈ ਰੈਕਟਮ ਦੇ ਵਿੱਚ ਤੇ ਬੋਡੀ ਟੈਂਪਰੇਚਰ ਦੇ ਮੁਤਾਬਿਕ ਉਹ ਮੈਲਟ ਹੋਣੀ ਸਟਾਰਟ ਹੋ ਜਾਂਦੀ ਆ। ਸੋ ਕਿਹੜੀ ਡਰਗ ਆ? ਸਪੋਜ਼ਿਟਰੀ, ਅਨੀਮਾ, ਫੋਲਿਕ ਕੈਥੇਟਰ, ਰੈਕਟਲ ਟਿਊਬ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸਪੋਜ਼ਿਟਰੀ ਡਰਗ ਦਿੱਤੀ ਜਾਂਦੀ ਹੈ, ਇਹ ਵੈਜਾਈਨਲ ਜਾਂ ਰੈਕਟਮ ਦੇ ਥਰੂ ਇਨਸਰਟ ਕੀਤੀ ਜਾਂਦੀ ਹੈ ਤੇ ਫਿਰ ਇਹ ਬੋਡੀ ਟੈਂਪਰੇਚਰ ਦੇ ਮੁਤਾਬਿਕ ਮੈਲਟ ਹੋ ਕੇ ਆਪਦੀ ਪੋਜੀਸ਼ਨ ਤੱਕ ਪਹੁੰਚ ਜਾਂਦੀ ਹੈ। ਸੋ ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ 7 ਸੋਲਿਊਸ਼ਨ ਯੂਜ਼ਡ ਫॉर ਐਵਾਕੁਐਂਟ ਅਨੀਮਾ ਇਜ਼। ਸੋਲਿਊਸ਼ਨ ਕਿਹੜਾ ਯੂਜ਼ ਕੀਤਾ ਜਾਂਦਾ ਐਵਾਕੁਐਂਟ ਅਨੀਮਾ ਦੇ ਲਈ? ਸੋਪ ਐਂਡ ਵਾਟਰ, ਨਾਰਮਲ ਸਲਾਈਨ, ਟੈਪ ਵਾਟਰ, ਆਲ ਆਫ ਦਾ ਅਬਵ। ਸੋ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਡੀ, ਆਲ ਆਫ ਦਾ ਅਬਵ। ਸੋਪ ਐਂਡ ਵਾਟਰ, ਨਾਰਮਲ ਸਲਾਈਨ, ਟੈਪ ਵਾਟਰ ਇਹ ਸਾਰੇ ਯੂਜ਼ ਕੀਤੇ ਜਾਂਦੇ ਆ ਐਵਾਕੁਐਂਟ ਅਨੀਮਾ ਦੇ ਲਈ। ਨੈਕਸਟ ਕੁਐਸਚਨ 8 'ਚ ਹੈਗਾ ਮੋਨੀਟਰਿੰਗ ਕੰਟਰੈਕਸ਼ਨ ਇਜ਼ ਵੈਰੀ ਇੰਪੋਰਟੈਂਟ ਡਿਊਰਿੰਗ ਲੇਬਰ। ਕੰਟਰੈਕਸ਼ਨਸ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਡਿਊਰਿੰਗ ਲੇਬਰ ਦੇ ਵਿੱਚ ਟੂ ਮੋਨੀਟਰ ਦਾ ਯੂਟਰੀਨ ਕੰਟਰੈਕਸ਼ਨ। ਯੂਟਰੀਨ ਕੰਟਰੈਕਸ਼ਨਸ ਨੂੰ ਮੋਨੀਟਰ ਕਰਨ ਲਈ ਆਪਾਂ ਇੱਕ ਨਰਸ ਆ ਜਿਹੜੀ ਉਹ ਕੀ ਕਰ ਸਕਦੀ ਆ? ਇੰਸਟਰਕਟ ਦਾ ਕਲਾਇੰਟ ਟੂ ਟੇਕ ਨੋਟ ਆਫ ਦ ਡਿਊਰੇਸ਼ਨ ਆਫ ਹਰ ਕੰਟਰੈਕਸ਼ਨ,
Observe for client facial expression to know that the contraction has started or stopped. Next, offers ice chips to the woman and spread the fingers lightly over the phones to monitor. So option D is the right answer. Spread the fingers slightly over the fundus. So option D is the right answer. Next, question 9. In a lady having a regular 28 regular menstrual cycle, what is the safe period? Safe period केड़ा होगा? Initial 28 days, later 14 days, first and last 7 days, first 7 days. सो एक लेडी ਦੇ ਵਿੱਚ ਰੈਗੂਲਰ 28 ਡੇਜ਼ ਰੈਗੂਲਰ ਮੈਂਸਟਰਲ ਸਾਈਕਲ ਸਟਾਰਟ ਹੋਇਆ ਤਾਂ ਉਹਦੇ ਲਈ ਉਹਦਾ ਸੇਫ ਪੀਰੀਅਡ ਹੋਊਗਾ ਫਰਸਟ ਐਂਡ ਲਾਸਟ 7 ਡੇਜ਼ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ 10th ਆਲ ਦਾ ਐਲੀਮੈਂਟਸ ਆਫ ਦਾ ਕਮਿਊਨੀਕੇਸ਼ਨ ਪ੍ਰੋਸੈਸ ਐਕਸੈਪਟ ਇਹਨਾਂ ਵਿੱਚੋਂ ਸਾਰੇ ਕਮਿਊਨੀਕੇਸ਼ਨ ਪ੍ਰੋਸੈਸ ਦਾ ਇੱਕ ਹਿੱਸਾ ਨੇ ਬਟ ਇੱਕ ਨੂੰ ਛੱਡ ਕੇ ਸੋਰਸ ਮੈਸੇਜ ਚੈਨਲ ਫਿਜ਼ੀਕਲ ਬੈਰੀਅਰ So option D is the right answer. Option D is the right answer. Physical barrier. Next question 11th. Salk vaccine is given for the prevention of. Salk vaccine कदों prevention is given for the कादे लिए prevention तो रोकने लिए जितनी जाती है measles, mumps, polio, rabies. Salk scientist का name सीगा उन्हें vaccines कीतियाँ सीगियाँ introduce. So polio is the right answer. Option C is the right answer. Next question 12th. The nurse is planning for a client who chews finger consistently. एक nurse planning कर रही है client है जिहड़ा chews finger constantly अपनी finger chew कर रहा है. Before applying mitten restraints, the nurse could try which of the following intervention. Select all that are applied. ਉਹ ਕਹਿੰਦੇ ਬਿਫੋਰ ਅਪਲਾਈਂਗ ਮਿਟਨ ਰਿਸਟ੍ਰੇਨ ਅਪਲਾਈ ਮਿਟਨ ਰਿਸਟ੍ਰੇਨ ਕਰਨ ਤੋਂ ਪਹਿਲਾਂ ਤਾਂ ਨਰਸ ਕਿਹੜਾ ਇੰਟਰਵੈਂਸ਼ਨ ਕਰੂਗੀ ਸੋ ਆਸਕ ਦਾ ਪੇਸ਼ੈਂਟ ਟੂ ਰਬ ਲੋਸ਼ਨ ਓਵਰ ਦਾ ਹਰ ਹੈਂਡਸ ਐਵਰੀ ਡੇ ਐਂਡ ਆਫਟਰ ਬਾਥਿੰਗ ਬੀ ਇਨਕਰੇਜ ਫਿਜ਼ੀਕਲ ਐਕਟੀਵਿਟੀਜ਼ ਸੱਚ ਐਸ ਐਂਬੂਲੇਟਰੀ ਪ੍ਰੋਵਾਈਡ ਫ੍ਰੀਕੁਐਂਟ ਕੰਟੈਕਟਸ ਫॉर ਕਮਿਊਨੀਕੇਸ਼ਨ ਐਂਡ ਸੋਸ਼ਲਾਈਜੇਸ਼ਨ ਪ੍ਰੋਵਾਈਡ ਫੈਮਿਲੀ ਐਜੂਕੇਸ਼ਨ ਇਨਕਰੇਜ ਇਨਵੋਲਵਮੈਂਟ ਆਫ ਫੈਮਿਲੀ ਐਂਡ ਫਰੈਂਡਸ ਸੋ ਇਹਦਾ ਆਨਸਰ ਹੋਊਗਾ ਬੀ ਵੀ ਸੀ ਵੀ ਡੀ ਵੀ ਇਹਦੇ ਰਾਈਟ ਆਨਸਰ ਹੋਣਗੇ ਇਹ ਪ੍ਰਾਇਓਰਿਟੀ ਵਾਈਜ਼ ਕੁਐਸਚਨ ਆਨਸਰ ਹੁੰਦੇ ਨੇ ਬਹੁਤ ਵਾਰ ਕੁਐਸਚਨ ਦੇ ਵਿੱਚ ਪੁੱਟ ਕੀਤੇ ਜਾਂਦੇ ਨੇ ਸੋ ਬੀ ਸੀ ਡੀ ਆਪਸ਼ਨ ਆਰ ਦਾ ਰਾਈਟ ਆਨਸਰ ਨੈਕਸਟ ਕੁਐਸਚਨ 13 ਹਾਊ ਮੈਨੀ ਟਾਈਮਸ ਅ ਡੇ ਨਿਊਬੋਰਨ ਜਨਰਲੀ ਨੀਡ ਟੂ ਫੀਡ ਕਿੰਨੀ ਵਾਰ ਇੱਕ ਨਿਊਬੋਰਨ ਨੂੰ ਫੀਡ ਲੈਣੀ ਚਾਹੀਦੀ ਆ 5 to 6 times 3 to 4 times 8 to 12 times and 9 to 10 times. So 8 to 12 times एक newborn ਨੂੰ feed ਲੈਣੀ ਚਾਹੀਦੀ ਹੈ option C is the right answer. ਸੋ ਇਹ ਅੱਜ ਦੇ ਆਪਾਂ ਕੁਐਸਚਨਸ ਕੀਤੇ ਸੀਗੇ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਵੀਡੀਓਜ਼ ਨੂੰ ਦੇਖਣ ਲਈ ਤੇ ਸਾਰੇ ਸਟੂਡੈਂਟਸ ਨੂੰ ਆਲ ਦਾ ਬੈਸਟ ਕੱਲ੍ਹ ਦੇ ਐਗਜ਼ਾਮ ਲਈ ਸਾਰੇ ਜਣੇ ਆਪਦਾ ਜ਼ਰੂਰ ਪੂਰਾ ਵਧੀਆ ਪੇਪਰ ਕਰਕੇ ਆਇਓ ਤੇ ਬੈਸਟ ਆਫ ਲੱਕ ਟੂ ਆਲ ਦਾ ਸਟੂਡੈਂਟਸ ਥੈਂਕ ਯੂ ਸੋ ਮਚ